वाहिगुरू जी का खालसा जी फतेह। वाहिगुरू जी का खालसा वाहिगुरू जी की फतेह। गुरु प्यारी साध संगत जी, असी पहुँच चुके हैं गुरुद्वारा धुबड़ी साहब। दर्शन करवावांगे जी। हर साल इत्थे ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਆਉਂਦੀਆਂ ਨੇ, ਦਰਸ਼ਨ ਕਰਦੀਆਂ ਨੇ। ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਤੇ ਤੁਸੀਂ ਦੇਖ ਲਓ ਕਿ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਕਰੋਨਾ ਕਾਲ ਕਰਕੇ ਥੋੜਾ ਘੱਟ ਨੇ ਸੰਗਤਾਂ, ਤੇ ਅਸੀਂ ਅੱਜ ਦਰਸ਼ਨ ਕਰਾਵਾਂਗੇ। ਬਾਕੀ ਉਦੋਂ ਬਾਅਦ ਵਿੱਚ 1 ਬਾਏ 1 ਕਰਕੇ ਜੋ ਇੱਥੇ ਦਾ ਇਤਿਹਾਸ ਹੈ ਉਹ ਸੰਗਤਾਂ ਦੇ ਨਾਲ ਇਤਿਹਾਸ ਦੀ ਅਸੀਂ ਸਾਂਝ ਪਾਵਾਂਗੇ। ਕਾਫੀ ਸਟੱਡੀ ਕਰਨ ਵਾਲਾ ਇਤਿਹਾਸ ਹੈ, ਉਹਦੇ ਨਾਲ ਵੀ ਆਪ ਜੀ ਦੇ ਨਾਲ ਅਸੀਂ ਸਾਂਝ ਪਾਵਾਂਗੇ। ਫਿਲਹਾਲ ਅਸੀਂ ਰਾਤੀ ਪਹੁੰਚ ਚੁੱਕੇ ਸੀ, ਪਰ ਅਸੀਂ ਦਰਸ਼ਨ ਨਹੀਂ ਸੀ ਰਾਤੀ ਕਰਵਾਏ, ਕਿਉਂਕਿ ਸਾਡੀ ਵਿਚਾਰ ਇਹ ਸੀ ਕਿ ਅਸੀਂ ਰਾਤ ਨੂੰ ਵਾਪਸ ਮੁੜ ਜਾਈਏ। ਪਰ ਸੱਚੀ ਦੱਸੀਏ ਸੰਗਤ ਜੀ, ਜਦੋਂ ਅਸੀਂ ਇੱਥੇ ਪਹੁੰਚੇ ਸਾਰਾ ਅਸੀਂ ਆਪਣਾ ਰੂਟ ਚੇਂਜ ਕੀਤਾ। ਕਾਰਨ ਕੀ ਸੀ? ਇੰਨੀ ਅੱਛੀ ਵਾਈਬ੍ਰੇਸ਼ਨ ਹੈ, ਇੰਨਾ ਅੱਛਾ ਆਨੰਦ ਆਇਆ, ਤੇ ਨਾਲ ਦੀ ਨਾਲ ਅਸੀਂ ਫੋਨ ਕਰ ਦਿੱਤੇ ਕਿ ਅਸੀਂ ਜਿਹੜਾ ਪਹੁੰਚਣਾ ਸੀਗਾ ਗੁਰਦੁਆਰਾ ਡਾਂਗਮਾਰ ਸਾਹਿਬ ਜਾਂ ਗੁਰਦੁਆਰਾ ਸਾਹਿਬ ਇੱਕ ਰਸਤੇ ਵਿੱਚ ਆਉਂਦਾ ਉੱਥੇ ਜਿੱਥੇ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਚੁੰਗਥਾਂਗ, ਪਰ ਉਹ ਸਾਰੀ ਜਗ੍ਹਾ ਨੂੰ ਕੈਂਸਲ ਕਰਨਾ ਪਿਆ ਕਿਉਂਕਿ ਇੱਥੇ ਆਨੰਦ ਬੜਾ ਸੀਗਾ। ਤੇ ਇਸ ਕਰਕੇ ਤਾਂ ਕਿ ਥੋੜਾ ਟਾਈਮ ਰਹਿ ਕੇ ਇਤਿਹਾਸਕ ਤੱਥਾਂ ਦੇ ਦਰਸ਼ਨ ਕਰਵਾਵਾਂਗੇ। 2-3 ਦਿਨ, ਜਿੰਨਾ ਦਿਨ ਤੱਕ ਸਾਨੂੰ ਇੱਥੇ ਦੇ ਇਤਿਹਾਸ ਬਾਰੇ ਵਧੀਆ ਜਾਣਕਾਰੀ ਨਹੀਂ ਮਿਲ ਸਕਦੀ, ਉਨੇ ਦਿਨ ਤੱਕ ਇੱਥੇ ਰਹਿ ਕੇ ਹੀ ਇਤਿਹਾਸ ਦੀ ਖੋਜ ਕਰਾਂਗੇ। ਧੁਬੜੀ ਤੇ ਇੱਥੇ ਕਾਫੀ ਅਸਾਮ ਦੀਆਂ ਸੰਗਤਾਂ ਵੀ ਆ ਰਹੀਆਂ ਨੇ, ਤੇ ਕੁਝ ਵੀਰਾਂ ਦੇ ਫੋਨ ਵੀ ਆਏ ਕਿ ਭਾਈ ਸਾਹਿਬ ਜੀ ਆਪ ਹੀ ਰੁਕੋ। ਸੋ 16 ਤਰੀਕ ਤੱਕ ਅਸੀਂ ਇੱਥੇ ਰੁਕਣਾ ਸ਼ਾਮ ਤੱਕ, ਤੇ ਉਦੋਂ ਤੱਕ ਅਸੀਂ ਇੱਥੇ ਹੀ ਬਾਕੀ ਸਥਾਨਾਂ ਦੇ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਜੀ। ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲੱਗੇ ਹਾਂ ਜੀ। दूर बैठे वीर जेडे ने, बाहर दे वीर बैठे ने जेडे, ਉਹਨਾਂ ਨੂੰ मैं हौली हौली ਤੁਸੀਂ अपने मन ਦੀਆਂ ਅੱਖਾਂ ਦੇ ਨਾਲ ਜਿੱਦਾਂ ਆਪਾਂ ਚਰਨ ਧੋ ਕੇ ਇਹ ਆਪ ਜੀ ਦਰਸ਼ਨ ਕਰ ਰਹੇ ਹੋ ਸੰਗਤ ਜੀ। ਮੇਰੇ ਵੀਰ, ਮੇਰੀਆਂ ਭੈਣਾਂ, ਮੇਰੇ ਬਜ਼ੁਰਗ ਜੇ ਆ ਨਹੀਂ ਸਕੇ, ਉਹਨਾਂ ਵੱਲੋਂ ਉਹਨਾਂ ਦੀ ਮੇਰੇ ਵੱਲੋਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਹੈ, ਸੱਚੇ ਪਾਤਸ਼ਾਹ ਸਭ ਤੇ ਕਿਰਪਾ ਕਰੋ। ਜੋ ਸੰਗਤ ਤੁਹਾਡੇ ਦਰਸ਼ਨ ਕਰ ਰਹੀਆਂ ਨੇ, ਜੋ ਆਪ ਜੀ ਦੇ ਸਥਾਨ ਦੇ ਦਰਸ਼ਨ ਕਰ ਰਹੀਆਂ, ਉਹਨਾਂ ਸਭ ਦੀਆਂ ਝੋਲੀਆਂ ਭਰੋ, ਮਿਹਰ ਕਰੋ ਕਿ ਗੁਰੂ ਸਾਹਿਬ ਜੀ ਕਿਰਪਾ ਕਰਨ ਉਹਨਾਂ ਦੇ ਉੱਤੇ। ਖਾਲਸੇ ਦੇ ਕਿੱਥੇ ਕਿੱਥੇ ਨਿਸ਼ਾਨ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਕਿੱਥੇ ਕਿੱਥੇ ਮੇਰੇ ਗੁਰੂ ਸਾਹਿਬ ਜੀ ਗਏ। ਬਹੁਤ ਵੱਡਾ ਇਤਿਹਾਸ ਹੈ। ਮੈਂ ਥੋੜਾ ਇਤਿਹਾਸ ਜੋ ਇੱਥੇ ਦੇ ਹਿਸਾਬ ਦੇ ਨਾਲ ਲਿਖਿਆ ਉਹ ਵੀ ਪੜ੍ਹਵਾਵਾਂਗਾ ਆਪ ਜੀ ਨੂੰ। ਤੇ ਇਹ ਸਾਹਮਣੇ ਜਦੋਂ ਆਉਂਦੇ ਆਪਾਂ ਬੰਗਾਲੀ ਭਾਸ਼ਾ ਦੇ ਵਿੱਚ, ਹਿੰਦੀ ਭਾਸ਼ਾ ਦੇ ਵਿੱਚ, ਇੰਗਲਿਸ਼ ਵਿੱਚ ਤੇ ਪੰਜਾਬੀ ਦੇ ਵਿੱਚ ਇਤਿਹਾਸ ਇੱਥੇ ਲਿਖਿਆ ਹੋਇਆ ਜੀ। ਸਾਰੀ ਸੰਗਤ ਨਾਲ ਨਾਲ ਮੈਂ ਆਪ ਜੀ ਨੂੰ ਪੜ੍ਹਵਾ ਦਿੰਦਾ ਜੀ ਇੱਥੇ ਇਤਿਹਾਸ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਧੁਬੜੀ ਸਾਹਿਬ ਇੱਕ ਪਵਿੱਤਰ ਤੇ ਇਤਿਹਾਸਕ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨਾਲ 1505 AD ਵਿੱਚ ਆਪਣੇ ਪਵਿੱਤਰ ਚਰਨ ਪਾਏ। ਅਸਾਮ ਦੇ ਇਤਿਹਾਸਕਾਰ ਲੇਖਕ SK ਭੂਈਆ ਆਪਣੀ ਕਿਤਾਬ ਬੈਕਗਰਾਉਂਡ ਆਫ ਅਸਾਮੀਜ਼ ਕਲਚਰ ਵਿੱਚ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਆਪਣੀ ਸੰਸਾਰਕ ਯਾਤਰਾ ਦੇ ਦੌਰਾਨ ਧੰਨਪੁਰ ਰਾਹੀਂ ਅਸਾਮ ਧੋਬੜੀ ਆਏ ਅਤੇ ਇਸ ਸਥਾਨ ਤੇ ਸੰਤ ਸ਼ੰਕਰ ਦੇਵ ਨੂੰ ਮਿਲੇ, ਜਿਹੜੇ ਕਿ ਅਸਾਮ ਦੇ ਵੈਸ਼ਨਵ ਸੁਧਾਰਕ ਸਨ। ਤੇ ਸੰਗਤ ਜੀ, ਮੈਂ ਇੱਕ ਹੋਰ ਬੇਨਤੀ ਕਰਾਂ ਇਦੋਂ ਆਪਾਂ ਉਸ ਤੋਂ ਬਾਅਦ ਫਿਰ 9ਵੇਂ ਪਾਤਸ਼ਾਹ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਅਤੇ ਹੋਰ ਸਿੱਖਾਂ ਸਮੇਤ 1667 ਵਿੱਚ ਆਏ ਸਨ। ਜਦੋਂ ਮੁਗਲ ਸਮਰਾਜ ਔਰੰਗਜ਼ੇਬ ਨੇ ਜੈਪੁਰ ਦੇ ਰਾਜਾ ਮਾਨ ਸਿੰਘ ਦੇ ਪੁੱਤਰੇ
ਰਾਜਾ ਰਾਮ ਸਿੰਘ ਨੂੰ ਕਾਮਰੂਪ ਅਸਾਮ ਦੇ ਅਮੋਹ ਰਾਜਾ ਚੱਕਰਧਵਜ ਮਣੀਪਾਲ ਸਿੰਘ ਤੇ ਚੜ੍ਹਾਈ ਕਰਨ ਲਈ ਭੇਜਿਆ ਸੀ। ਚੱਕਰਧਵਜ ਦਾ ਨਾਮ ਜਿਹੜਾ ਸੀਗਾ ਮਣੀਪਾਲ ਸਿੰਘ ਸੀਗਾ। ਰਾਜਾ ਰਾਮ ਸਿੰਘ ਦੀ ਬੇਨਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੀ ਰੱਖਿਆ ਵਾਸਤੇ ਇੱਥੇ ਦਰਿਆ ਬ੍ਰਹਮਪੁੱਤਰ ਦੇ ਰਮਣੀਕ ਅਤੇ ਸੁੰਦਰ ਕਿਨਾਰੇ ਤੇ ਬਿਰਾਜੇ ਸਨ। ਸਾਹਿਬ ਜੀ ਨੇ ਇੱਥੇ ਬੈਠ ਕੇ ਰਾਜਾ ਰਾਮ ਸਿੰਘ ਚੱਕਰਧਵਜ ਮਣੀਪਾਲ ਸਿੰਘ ਦੀ ਆਪਸ ਵਿੱਚ ਸੁਲ੍ਹਾ ਕਰਵਾਈ ਸੀ। ਉਹ ਸੁਲ੍ਹਾ 'ਚ ਦੋਹਾਂ ਰਾਜਿਆਂ ਦੀ ਫੌਜਾਂ ਨੇ ਆਪਣੇ 5 ਲੱਖ ਢਾਲਾਂ ਮਿੱਟੀ ਦੀਆਂ ਭਰ ਕੇ ਮਹਾਰਾਜ ਦੀ ਆਗਿਆ ਨਾਲ ਇੱਕ ਉੱਚਾ ਥੜਾ ਬਣਾ ਦਿੱਤਾ ਸੀ। ਉਹ ਥੜੇ ਦੇ ਦਰਸ਼ਨ ਕਰਾਵਾਂਗੇ ਜੀ ਆਪ ਜੀ ਨੂੰ, ਜਿਸ ਉੱਤੇ ਗੁਰੂ ਜੀ ਆਪ ਪ੍ਰਸੰਨ ਹੋ ਕੇ ਬਿਰਾਜੇ ਸਨ। ਇੱਥੇ ਬੈਠ ਕੇ ਸਤਿਗੁਰਾਂ ਨੇ ਤ੍ਰਿਪੁਰਾ ਦੇ ਰਾਜਾ ਰਾਮ ਰਾਏ ਦੀ ਬੇਨਤੀ ਤੇ ਉਸ ਨੂੰ ਵਰ ਬਖਸ਼ਿਆ, ਜਿਸ ਦੇ ਸਦਕਾ ਉਸ ਦੇ ਘਰ ਇੱਕ ਲੜਕਾ ਰਤਨ ਰਾਏ ਪੈਦਾ ਹੋਇਆ ਸੀ, ਜਿਸ ਦੇ ਮੱਥੇ ਤੇ ਮਹਾਰਾਜ ਦੀ ਅੰਗੂਠੀ ਦਾ ਇੱਕ ਓਂਕਾਰ ਦਾ ਨਿਸ਼ਾਨ ਸੀ। ਰਾਜਾ ਰਤਨ ਰਾਏ ਨੇ ਵੱਡੇ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਵਿੱਚ ਪ੍ਰਸ਼ਾਦੀ ਹਾਥੀ ਚੰਦਨ ਦੀ ਚੌਂਕੀ ਪੰਚ ਕਲਾ ਸ਼ਸਤਰ। ਇੱਕ ਹੋਰ ਖੁਸ਼ੀ ਦੀ ਗੱਲ ਆ ਤੇ ਬੜੀ ਜਲਦੀ ਮੈਂ ਪੰਚ ਕਲਾ ਸ਼ਸਤਰ ਤੱਕ ਪਹੁੰਚ ਰਿਹਾ। ਉਹ ਸ਼ਸਤਰ ਕਿਹੜੇ ਮਿਊਜ਼ੀਅਮ ਦੇ ਵਿੱਚ ਪਿਆ, ਉਸ ਮਿਊਜ਼ੀਅਮ ਦੇ ਵਿੱਚੋਂ ਸ਼ਸਤਰ ਨੂੰ ਕੱਢ ਕੇ ਪੰਜ ਕਲਾ ਸ਼ਸਤਰ ਦੇ ਸੰਗਤ ਨੂੰ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਇਹ ਸ਼ਸਤਰ ਜਿਹੜਾ ਹੈ ਇਹ ਗੁਜਰਾਤ ਦੇ ਵਿੱਚ ਪਿਆ ਹੈ, ਬੜੌਦਾ ਸ਼ਹਿਰ ਦੇ ਵਿੱਚ। ਉਹਦੇ ਤੇ ਵੀ ਸਾਡੀ ਕੋਸ਼ਿਸ਼ ਹੈ ਕਿ ਪੰਜ ਕਲਾ ਸ਼ਸਤਰ ਅਸੀਂ ਜਾ ਕੇ ਲੱਭੀਏ। ਹੀਰਿਆਂ ਨਾਲ ਜੜਿਆ ਹੋਇਆ ਚੰਦੂਆ ਤੇ ਹੀਰੇ ਜਵਾਹਰਾਤ ਬੜੀ ਸ਼ਰਧਾ ਨਾਲ ਭੇਟ ਕੀਤੇ। ਗੋਪਾਲਪਾੜਾ ਦੀ ਇੱਕ ਪ੍ਰਸਿੱਧ ਜਾਦੂਗਰਨੀ ਨੇਤਾਈ ਧੋਬਣ ਨੇ ਇੱਥੇ ਸਤਿਗੁਰਾਂ ਤੇ ਇੱਕ ਬੜਾ ਭਾਰੀ ਪੱਥਰ ਦਾ ਵਾਰ ਕੀਤਾ ਸੀ, ਜੋ ਗੁਰੂ ਮਹਾਰਾਜ ਦੇ ਇਸ਼ਾਰੇ ਨਾਲ ਗੁਰੂ ਜੀ ਤੋਂ ਦੂਰ ਹੀ ਡਿੱਗ ਪਿਆ। ਉਹ ਵੀ ਪੱਥਰ ਦੇ ਦਰਸ਼ਨ ਕਰਾਵਾਂਗੇ ਆਪ ਜੀ ਨੂੰ। ਉਹ ਅੱਜ ਤੱਕ ਮੌਜੂਦ ਹੈ। ਜਾਦੂਗਰਨੀ ਆਪਣਾ ਵਾਰ ਖਾਲੀ ਗਿਆ ਵੇਖ ਕੇ ਵੱਡਾ ਸਾਰਾ ਪਿੱਪਲ ਦਾ ਦਰਖਤ ਪੁੱਟ ਕੇ ਉਸ 'ਤੇ ਬੈਠ ਕੇ ਗੁਰੂ ਜੀ 'ਤੇ ਮਾਰੂ ਹਮਲਾ ਕਰਨ ਆਈ ਸੀ। ਉਹ ਪਿੱਪਲ ਵੀ ਗੁਰੂ ਜੀ ਦੇ ਸਾਰੇ ਨਾਲ ਹਵਾ ਵਿੱਚ ਅਟ ਗਿਆ ਸੀ। ਉਹ ਪਿੱਪਲ ਅੱਜ ਤੱਕ ਵੀ ਮਿੱਟੀ 'ਤੇ ਬਣਾਏ ਗਏ ਥੜੇ ਉੱਤੇ ਕਾਇਮ ਹੈ। ਫਿਰ ਉਹ ਜਾਦੂਗਰਨੀ ਗੁਰੂ ਦੇ ਚਰਨਾਂ 'ਤੇ ਡਿੱਗ ਪਈ। ਗੁਰੂ ਜੀ ਤੋਂ ਮੁਆਫੀ ਮੰਗਦੀ ਹੋਈ ਗੁਰੂ ਜੀ ਨੂੰ ਬਚਨ ਕੀਤਾ ਕਿ ਅੱਜ ਤੋਂ ਬਾਅਦ ਕਾਲੇ ਕੰਮ ਤੇ ਜਾਦੂ ਵਿੱਚ ਸ਼ਾਮਲ ਨਹੀਂ ਹੋਵੇਗੀ। ਰਹਿਮਤਾਂ ਦੇ ਦਾਤੇ ਨੇ ਉਸ ਨੂੰ ਮੁਆਫੀ ਦਿੱਤੀ। ਜਾਦੂਗਰਨੀ ਨੇ ਬੇਨਤੀ ਕੀਤੀ ਉਹਦਾ ਨਾਮ ਕਾਇਮ ਰਹੇ। ਜਾਣੀ ਜਾਣ ਸਤਿਗੁਰਾਂ ਨੇ ਸ਼ਰਨੀ ਆਈ ਧੋਬਣ ਨੂੰ ਸਤਿਗੁਰਾਂ ਨੇ ਵਰ ਦਿੱਤਾ ਕਿ ਆਉਣ ਵਾਲੇ ਸਮੇਂ 'ਚ ਤੇਰੇ ਨਾਂ 'ਤੇ ਨਗਰੀ ਕਾਇਮ ਹੋਏਗੀ। ਧੋਬੜੀ ਨਾਂ ਦਾ ਇਹ ਸ਼ਹਿਰ ਹੁਣ ਤੱਕ ਚੜ੍ਹਦੀ ਕਲਾ ਵਿੱਚ ਜਾ ਰਿਹਾ ਹੈ। ਉਸੇ ਥੜੇ ਵਾਲੀ ਥਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਤੇ ਸਾਡੇ ਨਾਲ ਇੱਥੇ ਮੈਨੇਜਰ ਸਾਹਿਬ ਇਹ ਪੰਜਾਬ ਦੇ ਪਹਿਲਾਂ ਪੰਜਾਬ ਦੇ ਨੇ ਪੁਰਾਣੇ, ਜਿਹੜੇ ਮੇਰੇ ਵੀਰ ਪੰਜਾਬ ਤੋਂ ਵੀ ਨੇ, 10 ਸਾਲ ਤੋਂ ਇੱਥੇ ਸੇਵਾ ਨਿਭਾ ਰਹੇ ਨੇ। ਕਿਉਂਕਿ ਇੱਥੇ 2-3 ਘਰ ਨੇ, ਉਹਨਾਂ ਦੇ ਨਾਲ ਵੀ ਆਪਾਂ ਇੱਥੇ ਦੀ ਇਤਿਹਾਸ ਦੀ ਸਾਂਝ ਪਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਆਪਣਾ ਪੰਜਾਬ ਕਿਹੜਾ ਇਲਾਕਾ ਹੈ ਜੀ? ਝਬਾਲ ਦੇ ਰਹਿਣ ਵਾਲੇ, ਜ਼ਿਲ੍ਹਾ ਤਰਨਤਾਰਨ, ਪਿੰਡ ਝਬਾਲ ਦੇ ਰਹਿਣ ਵਾਲੇ। ਇੱਧਰ ਆਪਣਾ ਕਿੰਨਾ ਸਮਾਂ ਹੋ ਗਿਆ? ਕਿ ਇਸ ਤਰ੍ਹਾਂ ਹੀ ਪਾਪਾ ਜੀ ਹੋਣੇ ਪੁਰਾਣੇ, ਜਿਨ੍ਹਾਂ ਦੀਆਂ ਪੰਜਾਬ ਜ਼ਮੀਨਾਂ ਘੱਟ ਸੀ, ਉਹ ਫਿਰ ਬਾਹਰ ਨਿਕਲੇ। ਉਹਨਾਂ 'ਚ ਸਾਡੇ ਵੀ ਪਾਪਾ ਜੀ ਨਿਕਲੇ। ਤੇ ਅਸੀਂ ਵੈਸੇ ਤਿੰਨਚੁਕੇ ਰਹਿੰਦੇ ਆ। ਤਿੰਨਚੁਕੇ ਉੱਥੇ ਫਿਰ ਟਰਾਂਸਪੋਰਟਿੰਗ ਸਟਾਰਟਿੰਗ ਤੇ ਆ ਕੇ ਕੀਤੀ ਪਾਪਾ ਜੀ ਉਹਨਾਂ ਨੇ। ਸਾਡਾ ਜਨਮ ਇੱਥੇ ਆ, ਭੈਣਾਂ ਵੈਸੇ ਪੰਜਾਬ ਹੀ ਹੈ। ਤੇ ਆਉਣਾ ਜਾਣਾ ਹੁੰਦਾ। ਜੇ ਤਾਂ ਇੱਕ ਬਟਾਲੇ ਆ ਭੈਣ ਮੇਰੀ, ਬਟਾਲੇ ਲੱਗੇ ਧੌਲਪੁਰ ਪਿੰਡ ਹੈ, ਔਰ ਇੱਕ ਚੂਸਲੇਵਾਲ ਪੱਟੀ ਲਾਗੇ ਪਿੰਡ ਵਾ। ਮਤਲਬ ਪੰਜਾਬ ਹੀ ਵਹੀਆਂ ਭੈਣਾਂ, ਆਉਣਾ ਜਾਣਾ ਹੈ, ਪਿੰਡ ਵੀ ਹੈ ਜਾਣਾ। ਇੱਥੇ ਦੇ ਇਤਿਹਾਸ ਬਾਰੇ ਥੋੜਾ ਜਿਹਾ ਸੰਗਤ ਨੂੰ ਆਪ ਜੀ, ਆਪਾਂ ਬਾਕੀ ਦਾ ਪੜ੍ਹੇ ਲਿਆ। ਮਤਲਬ ਇੱਥੇ ਜੀ 2 ਗੁਰੂਆਂ ਦਾ ਚੰਨ ਪਿਆ ਜੀ। ਪਹਿਲੇ ਗੁਰੂ ਨਾਨਕ ਦੇਵ ਜੀ 1505 ਦੂਸਰੀ ਉਦਾਸੀ ਵਾਲੇ ਆਏ ਆ। ਇੱਥੋਂ ਦੇ ਵੈਸ਼ਨਵ ਧਰਮ ਪ੍ਰਚਾਰਕ ਮਹਾਪੁਰਸ਼ ਸ਼ੰਕਰ ਦੇਵ ਹੋਏ ਆ। ਤੇ ਗੁਰੂ ਨਾਨਕ ਦੇਵ ਜੀ ਨੇ ਇਕੱਠੇ ਇੱਥੇ ਪੂਰੇ ਨਾਰਥ ਦੀ ਯਾਤਰਾ ਕੀਤੀ। ਇਹ ਆਸਾਮ ਦੇ ਇਤਿਹਾਸਕਾਰਾਂ ਨੇ ਵੀ ਲਿਖਿਆ। ਤੇ ਇੱਕ ਮੇਰੀ ਹੋਰ ਬੇਨਤੀ ਹੈ ਕਿ ਇਹ 2-3 ਦਿਨ ਹੈਗੇ ਕਿ ਸੰਗਤ ਜੀ ਗੁਰੂ ਨਾਨਕ ਸਾਹਿਬ ਦੇ ਜਿਹੜੇ ਉਪਦੇਸ਼ ਦੇ ਨਾਲ ਜਿਹੜਾ ਸ਼ੰਕਰ ਦੇਵ ਸੀਗਾ ਉਹਨੇ ਸਿੱਖੀ ਧਾਰਨ ਕੀਤੀ। ਤੇ ਜਿੰਨੇ ਵੀ ਸ਼ੰਕਰ ਦੇਵ ਦੇ ਮੰਦਿਰ ਨੇ, ਜਿੰਨੇ ਵੀ ਉਹਨਾਂ ਦੀ ਜਗ੍ਹਾ ਨੇ, ਉਹਨਾਂ ਦੇ ਵਿੱਚ ਕਿਤੇ ਵੀ ਮੂਰਤੀ ਪੂਜਾ ਨਹੀਂ ਹੁੰਦੀ। ਹਾਂਜੀ ਹਾਂਜੀ, ਮੂਰਤੀ ਪੂਜਾ ਨਹੀਂ ਹੁੰਦੀ। ਉਹ ਨਾਮ ਕਰ ਕਹਿੰਦੇ ਆ, ਨਾਮ ਦੇ ਨਾਲ ਹੀ ਜੁੜੇ ਆ। ਤੇ ਉਹ ਨਾਮ ਕਰ ਆਪਣੇ ਗੁਰੂ ਨਾਨਕ ਦੇਵ ਦੇ ਮਤ ਦੇ ਹਿਸਾਬ ਨਾਲ ਹੀ ਚੱਲਦੇ ਆ। ਉਹ ਨਾਮ ਕਰ ਇੱਥੇ ਨਾਮ ਕਰ ਹੈਗੇ ਆ ਜੀ। ਹਾਂਜੀ, ਤੇ ਅਸੀਂ ਨਾਮ ਘਰ ਵੀ ਪਹੁੰਚਾਂਗੇ ਜੀ। ਉੱਥੇ ਨਾਮ ਘਰ ਦੇ ਵੀ ਦਰਸ਼ਨ ਕਰਵਾਵਾਂਗੇ ਕਿ ਗੁਰੂ ਨਾਨਕ ਸਾਹਿਬ ਦਾ ਬੂਟਾ ਕੋਈ ਛੋਟਾ ਜਿਹਾ ਨਹੀਂ ਸੀ ਲਾਇਆ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਸ ਬੂਟੇ ਨੂੰ ਸਿੰਜਿਆ। ਅੱਜ ਫਲ ਲੱਗੇ ਨੇ, ਫਲ ਅਸੀਂ ਸਾਂਭ ਨਹੀਂ ਸਕੇ। ਆਓ ਉਹਨਾਂ ਫਲਾਂ ਨੂੰ ਸਾਂਭੀਏ। ਉਹਨਾਂ ਦੇ ਵਿੱਚੋਂ ਜਿਹੜੇ ਬੀਜ ਪੁੰਗਰਨਗੇ, ਜਿਹੜੇ ਉਹਨਾਂ ਦੇ ਵਿੱਚੋਂ ਫਲਾਂ ਦੇ ਵਿੱਚੋਂ ਅੱਜ ਬੀਜ ਪੁੰਗਰਨੇ ਸੀ, ਉਹ ਫਲ ਤਾਂ ਬਣ ਚੁੱਕੇ ਸੀ, ਪਰ ਅਸੀਂ ਬੀਜ ਨਹੀਂ ਸੰਭਾਲੇ। ਕਿਉਂਕਿ ਉਹ ਬੀਜ ਜਦੋਂ ਬੀਜੇ ਜਾਣੇ ਸੀ, ਪਤਾ ਨਹੀਂ ਕਿੰਨੇ ਕੁ ਗੁਰੂ ਨਾਨਕ ਦੀ ਸਿੱਖੀ ਦੇ ਬੂਟਾ ਲੱਗਣਾ ਸੀਗਾ। ਸੋ ਹਾਂਜੀ, ਅੱਗੇ ਜੀ।
ਉਹਨਾਂ ਬਾਅਦ 1666 ਚ ਨਵੇਂ ਆਏ ਗੁਰੂ ਤੇਗ ਬਹਾਦਰ ਸਿੰਘ ਜੀ ਆਏ ਤੇ ਗੁਰੂ ਜੀ ਰਾਮ ਸਿੰਘ ਦੇ ਨਾਲ ਇਕੱਠੇ ਆਏ ਇੱਥੇ ਤੇ ਕੁਝ ਇਤਿਹਾਸਕਾਰ ਦੱਸਦੇ ਕਿ ਢਾਕਾ ਇਕੱਠੇ ਹੋਏ ਆ, ਕੁਝ ਦੱਸਦੇ ਨੇ ਪਿੱਛੋਂ ਇਕੱਠੇ ਆਏ ਆ ਤੇ ਇੱਥੇ ਪੁੱਜਿਆ। ਇੱਥੇ 1667 ਚ ਗੁਰੂ ਜੀ ਨੇ ਇੱਥੇ ਬੈਠ ਕੇ ਦੋ ਰਾਜਿਆਂ ਦੀ ਆਪਸ ਵਿੱਚ ਸੁਲਾਹ ਕਰਾਈ ਆ। ਅਸਾਮ ਦੇ ਹੋਮ ਰਾਜਾ ਚੱਕਰਦੱਤ ਪ੍ਰਿਤਪਾਲ ਸਿੰਘ ਤੇ ਗੁਰੂ ਤੇ ਜਿਹੜਾ ਰਾਮ ਸਿੰਘ ਰਾਜਾ ਬਣ ਕੇ ਆਇਆ ਸੀ, ਆਪਣਾ ਸੈਨਾਪਤੀ ਬਣ ਕੇ ਆਇਆ ਮੁਗਲਾਂ ਦਾ, ਉਹਨਾਂ ਦੋਨਾਂ ਚ ਆਪਸ ਸੁਲਾਹ ਕਰਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸੇ ਸਥਾਨ 'ਚ। ਹਾਂਜੀ, ਇੱਥੇ ਇਸੇ ਸਥਾਨ ਤੇ ਹੀ ਤੇ ਤ੍ਰਿਪੁਰਾ ਦਾ ਰਾਜਾ ਰਾਮ ਰਾਏ ਹੋਇਆ, ਜਿਹਨੂੰ ਪਤਾ ਲੱਗਾ ਕਿ ਜਦੋਂ ਸੁਲਾਹ ਕਰਾਉਣ ਦੇ ਬਾਅਦ ਇੱਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੁਨੇਹਾ ਮਿਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਆਏ ਤੇ ਫਿਰ ਰਾਜੇ ਨੇ ਕਹਿਣ ਲੱਗੇ ਗੁਰੂ ਮਹਾਰਾਜ ਆਪ ਨਾ ਹੁੰਦੇ ਤਾਂ ਕਿੰਨਾ ਨੁਕਸਾਨ ਹੋਣਾ, ਕਿੰਨਾ ਖੂਨ ਗੁਲ। ਇਹ ਰਾਜਾ ਰਾਮ ਸਿੰਘ ਹੋਰ ਸੀ, ਇਹ ਹੋਰ ਸੀ? ਨਹੀਂ, ਜਿਹੜਾ ਪ੍ਰਿਤਪਾਲ ਸਿੰਘ ਚੱਕਰਦੱਤ ਪ੍ਰਿਤਪਾਲ ਸਿੰਘ ਹੋਮ ਰਾਜਾ, ਜਿਹਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਅੱਗੇ ਪੁੱਤਰ, ਉਹ ਰਾਮ ਰਾਏ ਹੀ, ਰਾਮ ਮਨਕਿਆ ਅਸਾਮ ਦਾ ਰਾਜਾ, ਉਹ ਆਡੇ ਸੀ ਰਾਮ ਰਾਏ। ਇਤਿਹਾਸ ਵਿੱਚ ਇੱਥੇ ਗੜਬੜੀ ਹੁੰਦੀ ਹੈ ਨਾ ਜੀ, ਜਿਹੜੇ ਇਤਿਹਾਸ ਅਸੀਂ ਸੁਣਾਉਂਦੇ ਆ ਉਹਦੇ ਵਿੱਚ ਉਹੀ ਰਾਮ ਸਿੰਘ ਦੇ ਪੁੱਤਰ ਨੂੰ ਕਹਿ ਦਿੰਦੇ ਆ, ਪਰ ਇਹ ਰਾਮ ਸਿੰਘ ਦੋ ਨੇ ਇੱਥੇ ਜਿਹੜੇ। ਅੱਛਾ, ਇੱਕ ਹੋਰ ਵੀ ਇਤਿਹਾਸ ਹੈ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਧਨਪੁਰ ਗਏ ਨੇ, ਉੱਥੇ ਦੇ ਰਾਜੇ ਨੂੰ ਬਖਸ਼ਿਸ਼ ਕੀਤੀ, ਉਹਦਾ ਪੜਪੋਤਾ ਸੀ ਸ਼ਾਇਦ ਉਹ ਰਾਜਾ, ਉਹਨਾਂ ਦੇ ਪਰਿਵਾਰ ਵਿੱਚੋਂ ਸੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਉਹਦੇ ਘਰ ਸਿੱਖੀ ਦਾ ਬੂਟਾ ਲਾਇਆ ਸੀ ਤੇ ਉਹਦੇ ਘਰ ਜਦੋਂ ਮਹਾਰਾਜ ਨੇ ਬਖਸ਼ਿਸ਼ ਕੀਤੀ ਤੇ ਇੱਕ ਓੰਕਾਰ ਦੀ ਮੋਹਰ ਲਗਾਈ ਸੀਗੀ ਰਾਜੇ ਦੇ ਪੱਟ ਦੇ ਉੱਤੇ ਵੀ ਤੁਹਾਡੇ ਘਰ ਜਿਹੜਾ ਪੁੱਤਰ ਹੋਏਗਾ ਉਹਦੇ ਮੱਥੇ ਦੇ ਉੱਤੇ ਇੱਕ ਓੰਕਾਰ ਹੋਏਗਾ। ਫਿਰ ਉਹਦੇ ਘਰ ਪੁੱਤਰ ਪੈਦਾ ਹੋਇਆ ਸੀ ਜਿਹੜਾ ਰਾਜਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਵੱਡਾ ਹੋ ਕੇ ਸ਼ਸਤਰ ਭੇਟਾ ਲੈ ਕੇ ਗਿਆ ਸੀ। ਉਹਨਾਂ ਵਿੱਚੋਂ ਇੱਕ ਸ਼ਸਤਰ ਦੀ ਖੋਜ ਤੇ ਦਾਸ ਲੱਗਿਆ ਤੇ ਉਹ ਪਤਾ ਲੱਗ ਗਿਆ ਜੀ ਸ਼ਸਤਰ ਕਿੱਥੇ ਆ, ਉੱਥੇ ਤੱਕ ਵੀ ਪਹੁੰਚਾਂਗੇ ਅਸੀਂ ਤੇ ਅੱਗੇ ਜੀ ਆਪਾਂ ਥੋੜਾ ਜਿਹਾ ਹੋਰ ਪਾਈਏ। ਤੇ ਗੁਰੂ ਜੀ ਨੇ ਜਦੋਂ ਇੱਥੇ ਸੁਲਾਹ ਕਰਾਈ ਤੇ ਗੁਰੂ ਗੋਬਿੰਦ ਸੁਨੇਹਾ ਆਇਆ ਕਿ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਆਏ ਪਟਨੇ ਸਾਹਿਬ ਵਿਖੇ ਤੇ ਫਿਰ ਰਾਜੇ ਕਹਿਣ ਲੱਗੇ ਕਿ ਜੇ ਆਪ ਜੀ ਨਾ ਹੁੰਦੇ ਗੁਰੂ ਜੀ ਤੇ ਕਿੰਨਾ ਨੁਕਸਾਨ ਹੈ, ਕਿੰਨੇ ਲੋਕ ਮਰਨੇ, ਸਾਨੂੰ ਸੇਵਾ ਦੱਸੋ। ਤੇ ਗੁਰੂ ਜੀ ਨੇ ਕਿਹਾ ਕਿ ਸਾਡੇ ਪਹਿਲੀ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਇੱਥੇ ਆ ਕੇ ਪੁੱਜੇ ਆ, ਬੈਠੇ ਆ ਤੇ ਇਹਨੂੰ ਹੋਰ ਥਰੇ ਨੂੰ ਉੱਚਾ ਕਰੋ, ਇਹਨੂੰ ਸਥਾਨ ਬਣਾਓ। ਫਿਰ ਇੱਥੋਂ 20 ਕਿਲੋਮੀਟਰ ਰੰਗਾ ਮਾਟੀ ਢਾਲਾਂ ਦੇ ਨਾਲ ਮਿੱਟੀ ਲਿਆ ਕੇ ਉਹ ਥੜਾ ਤਿਆਰ ਕਰਿਆ। ਰੰਗ ਮੱਟੀ ਜਿਹੜੀ ਰੰਗਾ ਮਾਟੀ ਇੱਥੋਂ 20 ਕਿਲੋਮੀਟਰ ਰੰਗਾ ਮਾਟੀ, ਉੱਥੇ ਕੀ ਸਥਾਨ ਬਣਿਆ ਹੋਇਆ? ਉੱਥੇ ਵੈਸੇ ਤਾਂ ਮਸਜਿਦ ਹੈ ਜਿਹੜਾ ਮਤਲਬ 1662 ਦੇ ਵਿੱਚ ਮਤਲਬ ਮੁਗਲਾਂ ਨੇ ਅਸਾਮ ਵੱਲ 1616 ਤੋਂ ਲੈ ਕੇ ਅਸਾਮ ਦੇ ਇਤਿਹਾਸ ਦੱਸਦਾ 1671 ਤੱਕ 17 ਵਾਰ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਕਿ ਇੱਥੇ ਆ ਕੇ ਰਾਜ ਕਾਮ ਕਰੀਏ। ਮੁਗਲਾਂ ਦਾ ਅਸਾਮ ਕਾਮਰੂਪ 'ਚ ਰਾਜ ਨਹੀਂ ਹੋਇਆ। ਉਹਦਾ ਕਾਰਨ ਸਾਰਾ ਵੱਡਾ ਹੀ ਇੱਕ ਤੇ ਜਾਦੂਗਰੀ ਜੰਗਲ ਰਾਜ ਸੀ, ਇੱਥੋਂ ਤੱਕ ਪਹੁੰਚ ਨਹੀਂ ਸਕਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ। 1662 ਦੇ ਵਿੱਚ ਮੀਰ ਜੁਮਲਾ ਆਇਆ, ਉਹਦੇ ਨਾਲ ਇੱਥੇ ਦਰਗਾਹ ਵੀ ਆ 5 ਪੀਰਾਂ ਦੀ, ਕਿਉਂਕਿ ਮੁਸਲਮਾਨ ਸੈਨਾਪਤੀ ਬਣ ਕੇ ਆਇਆ ਰਾਜਾ, ਉਹਨੇ ਆਪਣੇ ਜਿਹੜੇ ਮੁਸਲਮਾਨ ਜਿਹੜੇ ਵੀ ਵੀਰ ਉਹਨਾਂ ਨੂੰ ਪੀਰਾਂ ਨੂੰ ਲਿਆਂਦਾ ਹੈ ਕਿ ਉਹ ਰੱਖਿਆ ਕਰੇ ਸਾਡੀ ਜਿਹੜੀ ਉੱਥੋਂ ਜਾਦੂਗਰੀ ਹੈ ਰੱਖਿਆ ਕਰਨ ਵਾਸਤੇ। ਉਹਨਾਂ ਦੀ ਦਰਗਾਹ ਅੱਜ ਵੀ ਬਣੀ ਹੋਈ ਹੈ, 2 ਪੀਰਾਂ ਦੀ ਇੱਥੇ ਹੈ ਧੋਬੀ 'ਚ। ਫਿਰ ਜਿਹੜਾ ਰਾਮ ਸਿੰਘ ਉਹ ਹਿੰਦੂ ਰਾਜਾ ਹੋਣ ਦੇ ਕਰਕੇ ਉਹਨੇ ਸਿੱਖਾਂ ਦੇ ਗੁਰੂਆਂ ਨੂੰ, ਕਿਉਂਕਿ ਇਹਨਾਂ ਨੇ ਪਹਿਲਾਂ ਤੋਂ ਗੁਰੂਆਂ ਨਾਲ ਜੁੜੇ ਹੋਏ ਸੀ, ਕਿਉਂਕਿ ਗੁਰੂ ਜੀ ਨੇ ਜਿਹੜੇ 52 ਰਾਜੇ ਮੁਕਤ ਕਰਵਾਏ 6ਵੇਂ ਗੁਰੂ ਗੋਬਿੰਦ ਸਾਹਿਬ ਜੀ ਨੇ, ਉਹਨਾਂ 'ਚੋਂ ਹੋਣੇ ਆ ਇਹ, ਕਿਉਂਕਿ ਵੈਸੇ ਵੀ ਇਹ ਆਪਣੇ ਜਿਹੜੇ 8ਵੇਂ ਗੁਰੂ ਹਰਕ੍ਰਿਸ਼ਨ ਜੀ ਆਏ ਆ ਤੇ ਰਾਮ ਸਿੰਘ ਦੇ ਪਿਤਾ ਜੈ ਸਿੰਘ ਉਹਨਾਂ ਦੇ ਮਹਿਲਾਂ ਦੇ ਠਹਿਰੇ ਸੀ। ਬਿਲਕੁਲ ਬਿਲਕੁਲ, ਉਹਨਾਂ ਦਾ ਪੁੱਤਰ ਸੀਗਾ। ਹਾਂਜੀ, ਔਰ ਜੈ ਸਿੰਘ ਦਾ ਪਿਤਾ ਹੋ ਗਿਆ ਜਿਹੜਾ ਦਾਦਾ ਸੀ ਉਹਦੀ ਜਿਹੜੀ ਭੂਆ ਸੀ ਉਹ ਯੋਧਾ ਅਕਬਰ ਦੀ ਵਾਈਫ ਸੀ। ਬਿਲਕੁਲ ਰਾਜਾ ਅੱਜ ਜਿੱਥੇ ਆਪਣੇ ਬੰਗਲਾ ਸਾਹਿਬ ਮਹਿਲ ਬਣੇ ਹੋਏ ਆ, ਉਹ ਪਹਿਲਾਂ ਮਹਿਲ ਹੁੰਦੇ ਜੈ ਸਿੰਘ ਉਹਨਾਂ ਦੇ, ਇਹ ਅਧੀਨ ਸੀ ਇਹਨਾਂ ਦੇ, ਮੁਗਲਾਂ ਦੇ ਅਧੀਨ ਸੀ। ਔਰੰਗਜ਼ੇਬ ਦੂਰੀ ਚਾਲ ਚੱਲਣਾ ਚਾਹੁੰਦਾ ਸੀ। ਔਰੰਗਜ਼ੇਬ ਚਾਹੁੰਦਾ ਸੀ ਵੀ ਜੇ ਰਾਜਾ ਰਾਮ ਸਿੰਘ ਮਾਰਿਆ ਗਿਆ ਤੇ ਰਾਜਪੂਤਾਨਾ ਇਲਾਕੇ ਦੇ ਵਿੱਚ ਮੇਰਾ ਰਾਜ ਹੋ ਜਾਏਗਾ, ਤੇ ਜੇ ਰਾਜਾ ਰਾਮ ਸਿੰਘ ਜਿੱਤ ਜਾਂਦਾ ਤਾਂ ਮੇਰਾ ਰਾਜ ਜਿਹੜਾ ਹੈ ਉਹ ਅਸਾਮ ਤੇ ਹੋ ਜਾਏਗਾ। ਯਾਨੀ ਕਿ ਉਹ ਦੋਨਾਂ ਦੇ ਵਿੱਚੋਂ ਇੱਕ ਨੂੰ ਤਾਂ ਮਰਵਾਉਣਾ ਚਾਹੁੰਦਾ ਸੀਗਾ। ਦੂਰੀ ਚਾਲ ਸੀ ਉਹਦੀ, ਜਾਂ ਉਸ ਨੂੰ ਮਰਵਾ ਦਿੱਤਾ ਜਾਵੇ ਜਾਂ ਉਸ ਨੂੰ ਮਰਵਾ ਦਿੱਤਾ ਜਾਏ। ਇਸ ਕਰਕੇ ਰਾਜਾ ਰਾਮ ਨੂੰ ਭੇਜ ਦਿੱਤਾ। ਜੇ ਮਰ ਗਿਆ ਰਾਜਾ ਰਾਮ ਸਿੰਘ ਮੁਹਿੰਮ ਦੇ ਉੱਤੇ ਤਾਂ ਮੇਰੀ ਰਾਜਪੂਤਾਨਾ ਦੇ ਉੱਤੇ ਜਿੱਤ ਹੋਏਗੀ। ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ, ਕਿਉਂ ਭਰਾ ਮਾਰੂ ਜੰਗ ਕਰਦੇ ਹੋ? ਤੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਲੋਕਾਂ ਨੂੰ ਸਮਝਾਇਆ, ਕਿਉਂ ਭਰਾ ਮਾਰੂ ਜੰਗ ਕਰ ਰਹੇ ਹੋ? ਅੱਜ ਅਸੀਂ ਕਿੱਥੇ ਖੜੇ ਆ? ਅੱਜ ਸਾਡੇ ਕੋਲ ਵੀ ਉਹੀ ਕੰਮ ਆ। ਅੱਜ ਸਾਡੀ ਭਰਾ ਮਾਰੂ ਨੀਤੀ ਚੱਲ ਰਹੀ ਹੈ। ਸਿੱਖ ਦਾ ਬੈਰੀ ਬਣਿਆ ਹੋਇਆ। ਕੋਈ ਮੇਰਾ ਵੀਰ ਉੱਠ ਕੇ ਆਵੇ, ਇਹਨਾਂ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਿਓ। ਮੇਰੇ ਭਰਾਵੋ, ਤੁਸੀਂ ਸਾਰੇ ਗੁਰੂ ਨਾਨਕ ਦੇ ਸਿੱਖੋਂ, ਗੁਰੂ ਦੇ ਸਿੱਖੋਂ, ਆਓ ਇੱਕ ਮੰਚ ਦੇ ਉੱਤੇ। ਤੇ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ, ਜਿਵੇਂ ਇਦਾਂ ਇਕੱਠੇ ਹੋਏ ਨੇ, ਇਹ ਬਹੁਤ ਵੱਡੀ ਜਿੱਤ ਹੈ ਸਾਡੀ
ਜਿੱਦਾਂ ਕਿਸਾਨੀ ਅੰਦੋਲਨ ਦੇ ਵਿੱਚ ਜੇ ਇਦਾਂ ਹੀ ਸਾਡੇ ਜਿਹੜੇ ਜਿਨ੍ਹਾਂ ਨੂੰ ਅਸੀਂ ਨਿਰਮਲੇ ਸਾਧੂ ਕਹਿੰਦੇ ਆ ਜਾਂ ਅਸੀਂ ਉਦਾਸੀ ਸੰਪਰਦਾ ਕਹਿੰਦੇ ਆ, ਕਾਰ ਸੇਵਾ ਵਾਲੇ, ਟਕਸਾਲੀ ਹੋ ਗਏ, ਮਿਸ਼ਨਰੀ ਕਾਲਜ ਦੇ ਹੋ ਗਏ, ਜਿੰਨੇ ਵੀ ਸੰਸਥਾਵਾਂ ਨੇ ਜਦੋਂ ਇਹ ਇਕੱਠੀਆਂ ਹੋ ਗਈਆਂ ਤੇ ਸਮਝ ਲਓ ਕਿ ਉਹ ਆਨੰਦ ਵੱਖਰਾ ਹੀ ਹੋਏਗਾ। ਸੋ ਭਰਾ ਮਾਰੂ ਨੀਤੀ ਜਿਹੜੀ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਥੇ ਚੱਲੀ ਜਾਣੀ ਸੀਗੀ, ਉਹਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਰੋਕਿਆ। ਉਹਨਾਂ ਦੋਨਾਂ ਰਾਜਿਆਂ ਦੀ ਸੁਲ੍ਹਾ ਕਰਵਾਈ ਤੇ ਜਾਦੂਗਰਨੀ ਨੇ ਹਮਲੇ ਵੀ ਕੀਤੇ। ਉਹ ਪੱਥਰ ਦੇ ਵੀ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ, ਕਿਉਂਕਿ ਗੁਰੂ ਸਾਹਿਬ ਦੇ ਨਾਲ ਜੁੜੀ ਹੋਈ ਹਰ ਚੀਜ਼। ਇਹਨੂੰ ਧੁਬੜੀ, ਲੋਕ ਧੁਬੜੀ ਕਹਿੰਦੇ ਸੀ ਪੂਰੇ ਅਸਾਮ ਦੇ ਵਿੱਚ। ਜੇ ਗੁਰੂ ਤੇਗ ਬਹਾਦਰ ਸਾਹਿਬ ਨਾ ਆਏ ਹੁੰਦੇ ਤਾਂ ਧੁਬੜੀ ਸਾਹਿਬ ਨਹੀਂ ਸੀ ਕਿਸੇ ਨੇ ਕਹਿਣਾ, ਤੇ ਉਹ ਪੱਥਰ ਵੀ ਪੱਥਰ ਸਾਹਿਬ ਬਣ ਗਿਆ। ਜੇ ਮੰਜੀਆਂ ਦੇ ਉੱਤੇ ਲੋਕ ਬਹਿੰਦੇ ਨੇ, ਜਿਹੜੀ ਮੰਜੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਦੇ ਨੇ, ਮੰਜੀ ਸਾਹਿਬ ਬਣ ਜਾਂਦੀ ਹੈ। ਜਿਹੜਾ ਰੁਮਾਲੇ ਤਾਂ ਹੋਰ ਪਾਸੇ ਵੀ ਹੁੰਦੇ ਨੇ, ਰੁਮਾਲਾ ਆਮ ਕੱਪੜਾ ਹੈ, ਪਰ ਜਦੋਂ ਗੁਰੂ ਦੇ ਅੰਗ ਦੇ ਨਾਲ ਲੱਗ ਗਿਆ ਉਹ ਵੀ ਰੁਮਾਲਾ ਸਾਹਿਬ ਬਣ ਜਾਂਦਾ ਹੈ। ਸੋ ਸਾਡੇ ਲਈ ਪੱਥਰ ਸਾਹਿਬ ਹੀ ਹੈ। ਗੁਰੂ ਸਾਹਿਬ ਦੇ ਚਰਨਾਂ ਦੇ ਉੱਤੇ ਆ ਕੇ ਜੇ ਡਿੱਗਦਾ ਪੱਥਰ, ਦੂਰ ਡਿੱਗਦਾ, ਉਹ ਵੀ ਪੱਥਰ ਸਾਹਿਬ ਬਣ ਜਾਂਦਾ ਹੈ। ਸੋ ਉਹ ਜਿਹੜਾ ਪਿੱਪਲ ਦਾ ਦਰਖਤ ਹੈ ਉਹ ਜ਼ਮੀਨੀ ਤਲ ਦੇ ਉੱਤੋਂ ਤਕਰੀਬਨ 30 ਫੁੱਟ ਉੱਚੇ, ਲਗਭਗ 30 ਫੁੱਟ, ਤੇ ਲਗਭਗ 30 ਫੁੱਟ ਦੇ ਉੱਚੇ ਪਿੱਪਲ ਦਾ ਦਰਖਤ ਅੱਜ ਵੀ ਮੌਜੂਦ ਹੈ। ਉਹਦੇ ਵਿੱਚ ਇੱਕ ਹੋਰ ਵੀ ਸੁਣਿਆ ਸੀ ਕਿ ਮਹਾਰਾਜ ਨੇ ਤੀਰ ਵੀ ਮਾਰਿਆ ਸੀਗਾ। ਨਹੀਂ ਜੀ, ਉਹ ਕੋਈ ਗੱਲ ਨਹੀਂ। ਬਾਕੀ ਜਿਹੜੇ ਅਸਾਮ ਦੇ ਇਤਿਹਾਸ ਨਾਲ ਜਿਹੜੀ ਪਹਿਲੀ ਕਰਦੇ ਆ, ਅੱਛਾ ਤੇ ਸੋ ਤੁਹਾਨੂੰ ਆਪ ਜੀ ਨੂੰ ਦੱਸਿਆ ਕਿ 1616 ਤੋਂ ਲੈ ਕੇ ਜਿਹੜੇ ਅਸਾਮ ਦੇ ਇਤਿਹਾਸ ਦੱਸਦੇ ਆ, ਤੇ 1671 ਤੱਕ 17 ਵਾਰ ਮੁਗਲਾਂ ਨੇ ਇੱਧਰ ਕਬਜ਼ਾ ਕਰਨ ਵਾਸਤੇ ਭੇਜਿਆ। ਰਾਮ ਸਿੰਘ 2 ਵਾਰ ਆਇਆ। ਇਹ ਅਸਾਮ ਦਾ ਇਤਿਹਾਸ ਵੀ ਦੱਸਦਾ। 1616 ਤੇ ਪਹਿਲੀ ਜਿਹੜੇ ਗੁਰੂ ਜੀ ਨੇ ਸੁਲਾਹ ਕਰਾਈ ਆ, ਫਿਰ ਦੁਬਾਰਾ 1671 ਤੇ ਰਾਮ ਸਿੰਘ ਦੁਬਾਰਾ ਭੇਜਿਆ ਔਰੰਗਜ਼ੇਬ ਨੇ। ਜਿਹੜੀ ਗੁਹਾਟੀ ਦੇ ਪਹਿਲਾਂ ਸਰਾਈਘਾਟ ਇੱਕ ਮੈਦਾਨ ਹੈ, ਉੱਥੇ ਫਿਰ ਲੜਾਈ ਹੋਈ ਆ, ਜੇ ਤਾਂ ਬੁਰੀ ਤਰ੍ਹਾਂ ਮੁਗਲਾਂ ਦੀ ਹਾਰ ਹੋ ਗਈ ਆ, ਰਾਮ ਸਿੰਘ ਦੀ ਹਾਰ ਹੋ ਗਈ ਆ। ਉਹਨਾਂ ਬਾਅਦ ਦੁਬਾਰਾ ਅਸਾਮ ਤੇ ਇਹਨਾਂ ਨੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ, ਮੁਗਲਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਹੁਣ ਉੱਥੇ ਨਹੀਂ। ਇੱਕ ਵਾਰ ਤਾਂ ਸੁਲ੍ਹਾ ਕਰਵਾ ਦਿੱਤੀ ਸੀ, ਦੂਜੀ ਵਾਰ ਫਿਰ ਆਇਆ, ਦੁਬਾਰਾ ਫਿਰ ਭੇਜਿਆ ਔਰੰਗਜ਼ੇਬ ਨੇ। ਔਰੰਗਜ਼ੇਬ ਨੇ ਭੇਜਿਆ, ਚੁੱਪ ਨਹੀਂ ਰਿਹਾ। ਅਸਾਮ ਦੇ ਕਈ ਇਤਿਹਾਸਕਾਰ ਕਹਿੰਦੇ ਆ ਕਿ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁਗਲਾਂ ਦਾ ਰਾਹ ਖੋਲ੍ਹ ਦਿੱਤਾ, ਕਿਉਂਕਿ ਇੱਥੋਂ ਅੱਗੇ ਨਹੀਂ ਲੰਘ ਸਕਦੇ ਸੀ। ਕਿਉਂਕਿ ਮੀਰ ਜੁਮਲਾ ਵੀ ਆਇਆ, ਇੱਕ ਕਾਮਯਾਬ ਹੋਇਆ ਬੰਦਾ ਮੀਰ ਜੁਮਲਾ। ਉਸ ਵਕਤ ਅਸਾਮ ਦੇ 2 ਰਾਜ ਸੀ, ਇੱਕ ਕਾਮਰੂਪ, ਇੱਕ ਅੱਜ ਅੱਪਰ ਅਸਾਮ ਨੂੰ ਅਸਾਮ ਕਹਿ ਦਿੰਦੇ। ਉਹਨੇ ਕਾਮਰੂਪ ਤੇ ਵੇਖਿਆ ਕਿ ਇਹ ਤੇ ਬੜੀ ਬਲਸ਼ਾਲੀ ਸੈਨਾ ਵਾ, ਇੱਥੇ ਇਹਨਾਂ ਨੂੰ ਜਾਦੂਗਰੀ ਬਹੁਤ ਜ਼ਿਆਦਾ। ਉਹਨੇ ਅਸਾਮ 'ਚ ਕ੍ਰੋਸ ਕਰ ਗਿਆ ਕਾਮਰੂਪ। ਉਹਦੇ ਨਾਲ ਅੱਜ ਵੀ 5 ਪੀਰਾਂ ਦੀ ਦਰਗਾਹ ਇੱਥੇ ਧੁਬੜੀ ਬਣੀ ਹੋਈ ਆ। ਉਹਨੇ ਕਾਮਰੂਪ ਤੇ ਹਮਲਾ ਨਾ ਕਰਕੇ ਅਸਾਮ 'ਚ ਚਲ ਗਿਆ। ਅਸਾਮ ਦੇ ਇਤਿਹਾਸ ਅੱਜ ਵੀ ਦੱਸਦੇ ਕਿ ਉਹ ਭਾਗੂ ਰਾਜਾ, ਮਤਲਬ ਭੱਜ ਗਿਆ ਰਾਜਾ। ਅਸਾਮੀ ਕਹਿੰਦੇ ਆ ਕਿ ਉਹ ਜਿਹੜਾ ਅਸਾਮ 'ਚ ਦੌੜ ਗਿਆ ਸੀ ਰਾਜਾ। ਇਹ ਇਤਿਹਾਸ ਹੈ। ਭਾਗੂ ਰਾਜਾ ਕਿਹਨੂੰ ਕਿਹਾ ਗਿਆ? ਮਤਲਬ ਕੋਈ ਅਸਾਮ ਦਾ ਰਾਜਾ ਸੀ। ਅੱਛਾ, ਉਹ ਅਸਾਮ ਤੋਂ ਭੱਜ ਗਿਆ। ਮਤਲਬ 2 ਰਾਜ ਸੀ, ਕਾਮਰੂਪ ਇੱਕ ਅਸਾਮ। ਕਾਮਰੂਪ ਦੇ ਉੱਤੇ ਨਹੀਂ ਕਰ ਸਕੇ, ਨਹੀਂ ਕਰ ਸਕੇ, ਇਹ ਨਹੀਂ ਕਰ ਸਕੇ, ਜਿੱਤ ਨਹੀਂ ਸਕੇ, ਜਿੱਤੇ ਲੱਗਾ ਸੀਗਾ। ਹਾਂਜੀ। ਤੇ ਇਹ ਵੀ ਇਤਿਹਾਸ ਵਿੱਚ ਹੀ ਕਰਾਉਂਦਾ ਕਿ ਇਸ ਪਾਸੇ ਜਿਵੇਂ ਆਪਾਂ ਪੰਜਾਬ ਦਾ ਸ਼ੇਰ ਕਹਿ ਦਿੰਦੇ ਆ, ਮਹਾਰਾਜਾ ਰਣਜੀਤ ਸਿੰਘ ਕਹਿ ਦਿੰਦੇ ਆ, ਹਰੀ ਸਿੰਘ ਨਲੂਆ ਕਹਿ ਦਿੰਦੇ ਆ, ਉਦਾਂ ਦਾ ਹੀ ਇੱਧਰ ਦੇ ਇਲਾਕੇ ਦੇ ਵਿੱਚ ਇੱਧਰ ਰਾਜੇ ਨੂੰ ਹਰੀ ਸਿੰਘ ਨਲਵਾ ਦੇ ਵਾਂਗੂ ਪ੍ਰਸਿੱਧ ਮੰਨਿਆ ਜਾਂਦਾ ਸੀਗਾ। ਲਚਿਤ ਬਰਫੁਕਨ ਜ਼ਿਆਦਾ ਨਾਮ ਸੀ। ਲਚਿਤ ਬਰਫੁਕਨ ਰਾਜੇ ਦਾ, ਰਾਜੇ ਦਾ ਜਿਹੜਾ ਵੱਡਾ ਸੈਨਾਪਤੀ ਸੀ ਲਚਿਤ ਬਰਫੁਕਨ ਹੀ, ਜਿਹਨੇ ਰਾਜੇ 1671 ਦੇ ਜਿਹੜੀ ਸਰਾਈਘਾਟ ਦੀ ਲੜਾਈ ਹੋਈ ਆ, ਉਹਦੇ ਮਾਮੇ ਨੂੰ ਉਹਨੂੰ ਬ੍ਰਿਜ ਬਣਾ ਦਿੱਤੀ, ਪੁਲ ਬਾਸਾਂ ਦਾ। ਅੱਛਾ ਜੀ। ਉਹ ਸੋ ਗਿਆ ਸੀ, ਰਾਤ ਤਿਆਰ ਨਹੀਂ ਕੀਤਾ, ਤੇ ਉਹਨੇ ਆਪਣੇ ਮਾਮੇ ਦਾ ਵੀ ਸਿਰ ਵੜਤਾ। ਅੱਛਾ ਜੀ। ਉਹ ਕਹਿੰਦਾ ਦੇਸ਼ ਨਾਲ ਵੱਡਾ ਨਹੀਂ ਹੋ ਸਕਦਾ ਮਾਮਾ, ਬਹੁਤ ਹੀ ਤਾਕਤਵਰ। ਸੋ ਇਹ ਇਤਿਹਾਸ ਅਸੀਂ ਸਾਰਾ ਮੈਨੇਜਰ ਸਾਹਿਬ ਦੇ ਨਾਲ ਮਿਲ ਕੇ ਇਹ ਸਾਰਾ ਇਤਿਹਾਸ ਲਿਖ ਕੇ ਕਿਤਾਬ ਤਿਆਰ ਕਰ ਰਹੇ ਹਾਂ ਜੀ, ਕਿਉਂਕਿ ਅੱਜ ਇਸ ਪੀੜ੍ਹੀ ਨੂੰ ਯਾਦ ਹੈ। ਕਿਉਂਕਿ ਇੱਥੇ 2 ਪਰਿਵਾਰ ਰਹਿੰਦੇ ਨੇ, 2 ਪਰਿਵਾਰ ਰਹਿੰਦੇ ਨੇ, ਤੇ ਇੱਥੇ ਦੀ ਆਪਣਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਅਸਾਮ ਤੋਂ ਆਉਂਦੀ ਆ ਰਹੀਆਂ ਨੇ ਸਾਰੀਆਂ ਕਮੇਟੀਆਂ। ਬਹੁਤ ਵੱਡਾ ਸਮਾਗਮ ਇੱਥੇ ਆਏ ਸਾਲ ਦੀ ਤਰ੍ਹਾਂ ਹੋਏਗਾ, ਪਰ ਕਰੋਨਾ ਕਰਕੇ ਥੋੜਾ ਘੱਟ ਸੰਗਤਾਂ ਪਹੁੰਚਣਗੀਆਂ। ਪਰ ਅੱਜ ਇਹ ਇਤਿਹਾਸ ਨੂੰ ਦਰਦ ਰੱਖਦੇ ਨੇ, ਇਤਿਹਾਸ ਨੂੰ ਸਾਂਭੀ ਬੈਠੇ ਨੇ। ਇਹਨਾਂ ਤੋਂ ਬਾਅਦ ਕੀ ਪਤਾ ਜਿਹੜਾ ਆਵੇ ਇਤਿਹਾਸ ਨੂੰ ਸਾਂਭੇ ਜਾਂ ਨਾ ਸਾਂਭੇ। ਅਸੀਂ ਮੈਨੇਜਰ ਸਾਹਿਬ ਕੋਲੋਂ ਵੀ ਅਸੀਂ ਜਿਹੜੀ ਮੈਨੇਜਮੈਂਟ ਕਮੇਟੀ ਆ ਪੂਰੇ ਨਾਰਥ ਸਟੇਟ ਦੀ ਆ, ਆਪਣੇ ਵੈਸਟ ਬੰਗਾਲ ਤੋਂ ਲੈ ਕੇ ਜਿਹੜੀਆਂ 7 ਸਟੇਟਾਂ ਵਾ, ਉਹਨਾਂ ਦਾ ਬੋਰਡ ਬਹੁਤ ਵੱਡਾ ਬਣਿਆ ਹੋਇਆ। 42 ਗੁਰਦੁਆਰਿਆਂ ਦੀ ਮਿਲਾ ਕੇ ਕਮੇਟੀ ਬਣੀ ਹੈ, ਜਿਹੜੇ ਸਿੱਖ ਸੰਗਤਾਂ ਤੇ ਬਾਕੀ ਇੱਕ ਹਿਸਾਬ ਨਾਲ ਤਖਤ ਹੈ ਜੀ ਨਾਰਥ ਸਿੱਖ ਸੰਗਤ ਵਾਸਤੇ।
ਇਹ ਜਗ੍ਹਾ ਹਾਂਜੀ ਸਾਲ 'ਚ ਇੱਕ ਵਾਰੀ ਸਾਰੀ ਸੰਗਤ ਇਕੱਠੀ ਹੁੰਦੀ ਹੈ ਇੱਥੇ, ਹਜ਼ਾਰਾਂ ਦੇ ਹਿਸਾਬ ਨਾਲ 30 ਤੋਂ 40,000 ਕਦੀ ਕਦੀ 10,000 ਪਰਿਵਾਰ ਹੋ ਗਏ ਨਾਰਥ ਈਸਟ ਵਿੱਚ। ਠੀਕ ਹੈ ਜੀ। ਉਹ ਸਾਰੇ ਪਰਿਵਾਰ ਹੋਰ ਵੀ ਜਿਹੜੇ ਨਾਰਥ ਈਸਟ ਤੋਂ ਇਕੱਠੇ ਹੋ ਕੇ ਇਸ ਜਗ੍ਹਾ ਤੇ ਆਉਂਦੇ ਨੇ। ਹਾਂਜੀ ਬਾਕੀ ਮੈਨੇਜਮੈਂਟ ਕਮੇਟੀ ਆ ਨਿਸਕਾਮ ਸੇਵਾ ਕਰਦੀ ਆ ਤਨ ਮਨ ਇੱਥੇ। ਹਾਂਜੀ। ਠੀਕ ਹੈ ਸੰਗਤ ਜੀ, ਆਪਾਂ ਆਪ ਜੀ ਨੂੰ ਦਰਸ਼ਨ ਕਰਾਉਂਦੇ ਆ ਜੀ ਉਸ ਪਿੱਪਲ ਦੇ। ਪ੍ਰਕਰਮਾ, ਆਪਾਂ ਨੂੰ ਪ੍ਰਕਰਮਾ ਕਿਉਂ ਕਰਨੀਆਂ ਚਾਹੀਦੀਆਂ ਨੇ ਕਿ ਜਦੋਂ ਸਿੱਖ ਗੁਰੂ ਸਾਹਿਬ ਨੂੰ ਨਮਸਕਾਰ ਕਰਦਾ ਹੈ, ਨਮਸਕਾਰ ਕਰਕੇ ਪ੍ਰਕਰਮਾ ਕਰਦਾ। ਪ੍ਰਕਰਮਾ ਕਰਨ ਦਾ ਭਾਵ ਹੁੰਦਾ ਕਿ ਮੈਂ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਦੇ ਉੱਤੇ ਦੀ ਵਾਰ ਦਿੱਤਾ। ਮੈਂ ਆਪਣੇ ਤਨ ਨੂੰ, ਮੈਂ ਆਪਣੇ ਮਨ ਨੂੰ, ਮੈਂ ਆਪਣੀ ਹਰ ਚੀਜ਼ ਨੂੰ ਮੇਰੇ ਗੁਰੂ ਦੇ ਉੱਤੇ ਦੀ ਨਿਸ਼ਾਵਰ ਕਰ ਰਿਹਾ। ਤੇ ਆਪਣੇ ਤਨ ਨੂੰ ਕਿ ਸੱਚੇ ਪਾਤਸ਼ਾਹ ਇਹ ਤਨ ਤੁਹਾਡੇ ਤੋਂ ਬਿਨਾ ਹੋਰ ਪਾਸੇ ਕਿਤੇ ਨਹੀਂ ਜਾਏਗਾ। ਇਹ ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਕੈ ਕਾਰਜ ਰਾਸ। ਸੋ ਪ੍ਰਕਰਮਾ ਕਰਨ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਉਸ ਪਿੱਪਲ ਦੇ ਦਰਖਤ ਵੱਲ, ਜੋ ਪਿੱਪਲ ਦਾ ਦਰਖਤ ਇੱਥੋਂ ਕਾਫੀ ਉੱਚੇ ਤੇ ਹੈ। ਤਕਰੀਬਨ 41 ਜਾਂ 42 ਪੌੜੀਆਂ ਨੇ, ਜਿਹੜੀਆਂ 41 ਜਾਂ 42 ਪੌੜੀਆਂ ਚੜ੍ਹ ਕੇ ਆਪਾਂ ਉਸ ਜਗ੍ਹਾ ਤੇ ਪਹੁੰਚਾਂਗੇ ਜਿੱਥੇ ਢਾਲਾਂ ਭਰ ਕੇ ਸੋ 20 ਕਿਲੋਮੀਟਰ ਦੇ ਉੱਤੋਂ 5 ਲੱਖ ਢਾਲਾਂ ਭਰ ਕੇ ਜਿੰਨੀ ਸੈਨਾ ਸੀ, ਦੋਨੇ ਰਾਜਿਆਂ ਦੀ ਸੈਨਾ ਸੀ, ਦੋ 4 ਗੇੜੇ ਲਾਏ ਵੈਸੇ ਹੀ ਕਿਰਪਾ ਹੋ ਜਾਣੀ ਆ। 5 ਲੱਖ ਢਾਲਾਂ ਭਰ ਕੇ ਇਹ ਉੱਚਾ ਥੜਾ ਬਣਾਇਆ ਜੀ। ਬਾਕੀ ਤੁਸੀਂ ਦੇਖ ਰਹੇ ਹੋ ਜੀ ਸਾਰੇ ਦਰਖਤ ਵੀ ਬਹੁਤ ਨੀਚੇ ਨੇ, ਬਿਲਕੁਲ ਹੀ ਟੈਂਕੀ ਦੇ ਬਰਾਬਰ ਹੀ ਸੀ। ਥੋੜਾ ਨੇੜੇ ਤੱਕ ਪਹੁੰਚ ਗਏ ਆ। ਇਹ ਉਹ ਦਰਖਤ ਹੈ ਪਿੱਪਲ ਦਾ ਜਿਹੜੇ ਦਰਖਤ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਤੇ ਚਲਾ ਕੇ ਮਾਰਿਆ ਗਿਆ ਸੀ, ਜਿਹਨੂੰ ਲੋਕ ਜਾਦੂ ਵੀ ਕਹਿ ਦਿੰਦੇ ਨੇ, ਆਪਾਂ ਟ੍ਰਿਕ ਵੀ ਕਹਿ ਦਿੰਦੇ ਆ ਵੀ ਕਿਹੜੀ ਟ੍ਰਿਕ ਹੋਏਗੀ ਉਸ ਸਮੇਂ ਦੀ, ਜਿਸ ਟ੍ਰਿਕ ਦੇ ਨਾਲ ਅੱਜ ਇਹ ਦੇਖੋ ਬਹੁਤ ਨੀਚੇ ਤੋਂ ਜੇ ਥੱਲੇ ਖੜ ਕੇ ਵੇਖਾਂਗੇ ਤਾਂ ਹੋਰ ਬਹੁਤ ਉੱਚੀ ਜਗ੍ਹਾ ਤੇ। ਹੁਣ ਤਾਂ ਪੱਥਰ ਲਗਾ ਦਿੱਤੇ ਨੇ ਕਿਉਂਕਿ ਬਾਕੀ ਸਾਰੇ ਰੁੱਖ ਜਿਹੜੇ ਨੀਵੇਂ ਨੇ। ਥੱਲੋਂ ਤੁਸੀਂ ਦੇਖੋਗੇ ਕਾਫੀ ਨੀਚੇ ਤੱਕ ਜਗ੍ਹਾ ਬਣੀ ਹੋਈ ਹੈ। ਇੰਨੀ ਉੱਚੇ ਆ ਕੇ ਦਰਖਤ ਜਿਹੜਾ ਹੈ, ਰੁੱਖ ਜਿਹੜਾ ਹੈ, ਇੰਨੀ ਉੱਚੇ ਜਾ ਕੇ ਇੱਥੇ ਵੀ ਘੱਟੋ ਘੱਟ ਇਹ ਮੇਰੇ ਹਿਸਾਬ ਦੇ ਨਾਲ 5 2 4 6 8 10 12 13 14 ਫੁੱਟ ਉੱਤੇ ਥੜਾ ਹੋਏਗਾ। ਇਹ ਉਹ ਦਰਖਤ ਹੈ ਜਿਹੜਾ ਜਾਦੂਗਰਨੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉੱਤੇ ਦੱਸਦੇ ਨੇ ਕਿ ਚਲਾ ਕੇ ਮਾਰਿਆ ਸੀਗਾ। ਪਿੱਪਲ ਦਾ ਰੁੱਖ ਹੈ। ਦੂਜੇ ਪਾਸੇ ਵੀ ਅਸੀਂ ਦਰਸ਼ਨ ਕਰਾਂਗੇ ਆਪ ਨੂੰ ਜੀ। ਇਹ ਉਹ ਪਿੱਪਲ ਦਾ ਰੁੱਖ ਹੈ ਜਿਹੜਾ ਕਿ ਜ਼ਮੀਨੀ ਤਲ ਤੋਂ 30 ਫੁੱਟ ਉੱਚੇ ਆ, ਜਿਹਦੇ ਕਿ ਉੱਪਰ ਮਿੱਟੀ ਭਰ ਦਿੱਤੀ ਗਈ ਸੀਗੀ ਨਾਲ ਜੜ੍ਹਾਂ ਦੇ ਉੱਤੇ, ਜਿਹਨੂੰ ਸੇਫ ਕੀਤਾ ਗਿਆ। ਉਦੋਂ ਤੋਂ ਲੈ ਕੇ ਇਹ ਰੁੱਖ ਯਾਦਗਾਰ ਬਣ ਚੁੱਕਿਆ ਹੈ। ਇਹ ਉਹ ਪਿੱਪਲ ਦਾ ਰੁੱਖ ਜਿਹੜਾ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਮੇਂ ਤੋਂ ਹੀ ਇੱਥੇ ਮੌਜੂਦ ਹੈ। ਗਵਾਹੀ ਭਰਦਾ ਇਸ ਗੱਲ ਦੀ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿੰਨੀ ਵੱਡੀ ਮਹਾਨ ਸ਼ਖਸੀਅਤ ਸਨ। ਸ਼ਖਸੀਅਤ ਵੀ ਸ਼ਬਦ ਥੋੜ੍ਹੇ ਨੇ ਕਿ ਧਰਮ ਦੀ ਚਾਦਰ ਹੀ ਨਹੀਂ ਬਣੇ, ਸ੍ਰਿਸ਼ਟੀ ਦੀ ਚਾਦਰ ਹੀ ਨਹੀਂ ਬਣੇ,
ਜੇ ਆਪਸ ਵਿੱਚ ਰਾਜੇ ਲੜਦੇ ਸੀ, ਉਹਨਾਂ ਰਾਜਿਆਂ ਨੇ ਲੜਾਈ ਰੋਕੀ, ਕਿੰਨੇ ਹੀ ਕਤਲ ਹੋਣ ਤੋਂ ਬਚਾ ਦਿੱਤੇ, ਕਿੰਨੇ ਹੀ ਫੌਜੀ ਭਰਾ ਮਾਰੇ ਜਾਣੇ ਸੀ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਨਾ ਆ ਕਰਕੇ ਦੋਨਾਂ ਰਾਜਿਆਂ ਦੀ ਸੁਲ੍ਹਾ ਕਰਾਉਂਦੇ। ਸੋ ਬਹੁਤ ਦੂਰੋਂ ਦੂਰੋਂ ਸੰਗਤਾਂ ਆ ਕੇ ਦਾਸ ਨੂੰ ਮਿਲ ਰਹੀਆਂ ਨੇ ਤੇ ਦੋ ਪਿਓ ਪੁੱਤ ਦੇਖੋ ਬਾਣੀ ਪੜ੍ਹ ਰਹੇ ਨੇ, ਇਹ ਵੀ ਪਟਿਆਲੇ ਤੋਂ ਨੇ। ਸਤਿਗੁਰ ਦੀ ਸੇਵਾ ਸੋ ਕਰੇ, ਜਿਸ ਨੂੰ ਆਪ ਕਰਾਏ ਸੋਏ। ਸਤਿਗੁਰ ਵਿੱਚ ਨਾਮ ਨਿਧਾਨ ਹੈ, ਕਰਮ ਪ੍ਰਾਪਤ ਹੋਏ। ਸੱਚ ਰਤੇ ਗੁਰ ਸ਼ਬਦ ਸਿਓ, ਤਿਨ ਸੱਚੀ ਸਦਾ। ਇਹ ਵੀ ਨਾਨਕ ਜਿਸ ਨਾਮ ਪਿਤਾ ਪੁੱਤਰ ਦੋਨੋਂ ਦੇਖੋ ਬਾਣੀ ਪੜ੍ਹ ਰਹੇ ਨੇ ਆ ਕੇ। ਇਹਨਾਂ ਦਾ ਜਿਹੜਾ ਬੇਟਾ ਪੀਲੀ ਦਸਤਾਰ ਵਾਲਾ ਮੇਰੇ ਕੋਲ ਇਹ ਪੜ੍ਹਦਾ ਰਿਹਾ ਅਕੈਡਮੀ ਦੇ ਵਿੱਚ, ਜਦੋਂ ਦਾਸ ਪੜ੍ਹਾਉਂਦਾ ਸੀ। 2012 'ਚ ਮੈਂ ਨੌਕਰੀ ਛੱਡੀ ਸੀਗੀ, ਉਸ ਸਮੇਂ ਮੇਰੇ ਕੋਲ ਹੀ ਇਹ ਬੱਚਾ ਪੜ੍ਹਦਾ ਸੀ। ਆ ਕੇ ਮਿਲਿਆ, ਪਛਾਣਿਆ, ਬੜੀ ਖੁਸ਼ੀ ਹੁੰਦੀ ਹੈ। ਸੋ ਜੀ ਬਾਕੀ ਅਸੀਂ ਪੱਥਰ ਦੇ ਦਰਸ਼ਨ ਵੀ ਕਰਵਾਵਾਂਗੇ ਆਪ ਜੀ ਨੂੰ, ਪਰ ਆਪ ਜੀ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜੀ। ਹੋਰ ਵੀ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਹ ਜਗ੍ਹਾ ਤੇ 1666 ਵਿੱਚ ਚੱਲਦੇ ਨੇ ਆਪ ਜੀ। ਹੁਣ ਧਿਆਨ ਦੇਣਾ ਜੀ ਇੱਕ ਗੱਲ ਦਾ ਮੇਰੇ ਵੀਰੋ, ਜੇ 1666 ਵਿੱਚ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇੱਥੇ ਚੱਲ ਕੇ ਆਉਂਦੇ ਨੇ 1667 ਦੇ ਵਿੱਚ, ਤੇ ਕਲਕੱਤੇ ਪਹੁੰਚਦੇ ਨੇ 1670 ਦੀ ਵਿਸਾਖੀ ਨੂੰ। 67 ਤੋਂ 68 69 ਤੇ 70, ਠੀਕ ਹੈ ਜੀ, 2 ਸਾਲ ਉਹ ਲਗਾ ਲਓ ਕਿ 2 ਸਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅਸਾਮ ਦੇ ਇਲਾਕੇ ਦੇ ਵਿੱਚ ਗਏ। ਮੇਰੇ ਕੋਲ ਪਿੰਡਾਂ ਦੇ ਕੁਝ ਨਾਮ ਆਏ ਨੇ, ਉੱਥੇ ਮਿਲਦਾ ਕੁਝ ਜਾਂ ਨਹੀਂ ਮਿਲਦਾ ਉਹ, ਕਿਉਂਕਿ ਬਹੁਤ ਟਾਈਮ ਹੋ ਗਿਆ ਇਸ ਪਾਸੇ। ਬਿਹਾਰ ਵਿੱਚ ਤਾਂ ਬਹੁਤ ਸਥਾਨ ਸਾਂਭੇ ਹੋਏ ਨੇ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਪਾਸੇ ਵੀ ਅਸੀਂ ਅਸਥਾਨਾਂ ਨੂੰ ਵੇਖੀਏ, ਉਹਨਾਂ ਨੂੰ ਜਿੱਥੇ ਗੁਰੂ ਨਾਨਕ ਸਾਹਿਬ ਨੇ ਪ੍ਰਚਾਰ ਕੀਤਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੰਗਤਾਂ ਕਾਇਮ ਕੀਤੀਆਂ। ਕੋਸ਼ਿਸ਼ ਕਰਾਂਗੇ ਉਹਨਾਂ ਪਿੰਡਾਂ ਵਿੱਚ ਜਾ ਕੇ ਉਹਨਾਂ ਸੰਗਤਾਂ ਨੂੰ ਲੱਭਣ ਦੀ, ਤੇ ਤੁਹਾਡੇ ਤੱਕ ਉਹ ਇਤਿਹਾਸ ਪਹੁੰਚਾਵਾਂਗੇ। ਤੇ ਇਤਿਹਾਸ ਨਾਲ ਦੀ ਨਾਲ ਨੋਟ ਕਰ ਰਹੇ ਨੇ ਸਾਡੇ ਨਾਲ ਜੋ ਵੀ ਦਾਸ ਬੋਲਦਾ ਇੱਥੇ, ਗੁਰਦਿਆਲ ਸਿੰਘ ਜੀ ਨਾਲ, ਤੇ ਮੇਰੇ ਵੀਰ ਜਿਹੜੇ ਸਾਡੇ ਨਾਲ ਕੈਮਰੇ ਦੀ ਸੇਵਾ ਵੀ ਨਿਭਾਉਂਦੇ ਨੇ, ਇਹ ਵੀ ਨਾਲ ਦੀ ਨਾਲ ਟੈਪਿੰਗ ਕਰੀ ਜਾਂਦੇ ਨੇ, ਕਿਉਂਕਿ ਬਹੁਤ ਐਸੇ ਸ਼ਬਦ ਹੁੰਦੇ ਨੇ ਜਿਹੜੇ ਸ਼ਬਦ ਬਾਅਦ ਵਿੱਚ ਸੰਭਾਲਣੇ ਔਖੇ ਹੁੰਦੇ ਨੇ। ਇਹਨਾਂ ਦੀ ਡਿਊਟੀ ਇਹੀ ਲੱਗੀ ਹੋਈ ਆ ਦੋਨਾਂ ਵੀਰਾਂ ਦੀ ਕਿ ਆਪਣੇ ਵੀਡੀਓਗ੍ਰਾਫੀ ਕਰਨੀ। ਤੇ ਗੁਰਦਿਆਲ ਸਿੰਘ ਜੀ ਵੱਲੋਂ ਜਿਹੜਾ ਹੈ ਉਹ ਇਤਿਹਾਸ, ਇਹ ਵੀ ਇੱਕ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ। ਨਾਲ ਦੀ ਨਾਲ ਟੈਪਿੰਗ ਕਰੀ ਜਾਂਦੇ ਨੇ, ਕਿਹਨੂੰ ਮਿਲ ਰਹੇ ਆ, ਕੌਣ ਨਾਮ ਸੀ, ਕਿਹੜੀ ਡੇਟ ਸੀਗੀ, ਕਿਹੜਾ ਰਾਜਾ ਸੀਗਾ। ਇਹ 24 ਘੰਟੇ ਇਸੇ ਕੰਮ ਤੇ ਨੇ। ਇਹ ਸਾਰਾ ਕੁਝ ਜਾ ਕੇ ਲੈਪਟਾਪ ਦੇ ਉੱਤੇ ਟਾਈਪਿੰਗ ਕਰ ਦਿੰਦੇ ਨੇ ਤਾਂ ਕਿ ਅਸੀਂ ਇੱਕ ਵਧੀਆ ਕਿਤਾਬ ਤਿਆਰ ਕਰ ਸਕੀਏ ਜੀ। ਸੋ ਦਿਓ ਜੀ ਅਸੀਸ, ਤੇ ਥੋੜੀ ਦੇਰ ਤੱਕ ਅਸੀਂ ਹੋਰ ਇਤਿਹਾਸ ਦੀ ਪੜਤੋਲ ਕਰਕੇ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਜੀ ਉਸ ਪੱਥਰ ਦੇ, ਜਿਹੜਾ ਪੱਥਰ ਅੱਧਾ ਜ਼ਮੀਨ ਦੇ ਵਿੱਚ ਹੈ ਤੇ ਅੱਧਾ ਜ਼ਮੀਨ ਤੋਂ ਬਾਹਰ ਹੈ। ਸੋ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ, 9781913113 ਤੁਸੀਂ ਕਾਲ ਕਰ ਸਕਦੇ ਹੋ। ਆਓ ਰਲ ਕੇ ਆਪਣੇ ਇਤਿਹਾਸ ਨੂੰ ਸਾਂਭੀਏ। ਆਪਣੇ ਇਤਿਹਾਸ ਨੂੰ 100 ਸਾਲ ਹੋ ਗਏ, 150 ਸਾਲ ਹੋ ਗਏ, 100 ਸਾਲ ਤਾਂ ਕਮੇਟੀ ਬਣੀ ਨੂੰ ਵੀ ਹੋ ਗਏ ਨੇ। ਤੇ ਮੇਰੀ ਵੀਡੀਓ ਜ਼ਰੂਰ ਸ਼੍ਰੋਮਣੀ ਕਮੇਟੀ ਤੱਕ ਪਹੁੰਚਾ ਦੇਣਾ, ਦਿੱਲੀ ਕਮੇਟੀ ਤੱਕ ਪਹੁੰਚਾ ਦੇਣਾ ਕਿ ਚੱਲ ਪਏ ਆ ਜੀ ਅੱਗੇ ਹੋ ਕੇ। ਹੁਣ ਦੇਖੀ ਜਾਊਗੀ, ਸਾਰੀ ਜ਼ਿੰਦਗੀ ਲਾ ਦਿੰਦੇ ਆ ਲੇਖੇ, ਮੁੜ ਕੇ ਜ਼ਿੰਦਗੀ ਮਿਲੇ ਪਤਾ ਨਾ ਮਿਲੇ। ਜੇ ਚੱਲੇ ਆ ਤੇ ਗੁਰੂ ਕਿਰਪਾ ਕਰਨ ਕਿ ਇਤਿਹਾਸਕ 10 ਗੁਰੂ ਸਾਹਿਬਾਂ ਦੇ ਜਿੱਥੇ ਜਿੱਥੇ ਚਰਨ ਪਏ ਨੇ, ਉਹ ਕੱਲੀ ਜਗ੍ਹਾ ਨੂੰ ਮੈਂ ਕੱਲਾ ਕੁਝ ਨਹੀਂ ਕਰ ਸਕਦਾ। ਫਿਰ ਮੈਂ ਬੇਨਤੀ ਕਰਾਂ ਤੁਹਾਡੇ ਵੀਰਾਂ ਦਾ ਸਹਿਯੋਗ, ਬਸ ਤੁਸੀਂ ਸਾਨੂੰ ਫੋਨ ਨੰਬਰ ਕਰਕੇ ਆਪਣਾ ਨਾਮ ਲਿਖਾਓ। ਇੱਕ ਕਾਫਲਾ ਬਣਦਾ ਚੱਲਿਆ ਜਾ ਰਿਹਾ ਹੈ। ਜਦੋਂ ਕਾਫਲਾ ਵੱਡਾ ਹੋ ਗਿਆ ਤਾਂ ਅਸੀਂ ਆਪਣੇ ਇਤਿਹਾਸ ਨੂੰ ਰਲ ਮਿਲ ਕੇ ਸਾਰੇ, ਤੁਸੀਂ ਸੁਝਾਅ ਵੀ ਦੇਣੇ ਕੀ ਕਰ ਸਕਦੇ ਹਾਂ ਆਪਾਂ, ਕਿਵੇਂ ਨਿਸ਼ਾਨੀਆਂ ਸਾਂਭ ਸਕਦੇ ਹਾਂ। ਸੋ ਉਸ ਇਤਿਹਾਸ ਨੂੰ ਆਪਾਂ ਸਾਂਭੀਏ ਜੀ। ਗੁਰੂ ਕਿਰਪਾ ਕਰੇ। ਮੇਰੇ ਵੀਰ ਵੱਲੋਂ ਵੀ ਹੋਇਆ ਗੁਰਦੁਆਰਾ ਮਾਲਜੀ ਸਾਹਿਬ ਪਾਕਿਸਤਾਨ ਤੋਂ ਨੇ, ਪਾਕਿਸਤਾਨ ਤੋਂ ਵੀ ਕੁਝ ਵੀਰ, ਇੱਕ ਵੀਰ ਦਾ ਮੈਨੂੰ ਫੋਨ ਆਇਆ, ਉਹ ਵੀ ਲੱਗੇ ਹੋਏ ਨੇ, ਤੇਗ ਸਿੰਘ ਜੀ ਪਾਕਿਸਤਾਨ ਦੇ ਵਿੱਚ, ਉਹ ਵੀ ਦਾਸ ਨੂੰ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਲਿਸਟ ਭੇਜ ਰਹੇ ਨੇ। ਜਲਦੀ ਅਸੀਂ ਕੋਸ਼ਿਸ਼ ਕਰਾਂਗੇ ਪਾਕਿਸਤਾਨ ਦੇ ਵਿੱਚ ਜਾ ਕੇ ਵੀ ਸਥਾਨਾਂ ਦੀ ਜਿਹੜੀ ਹੈ ਉਹਨੂੰ ਇੱਕ ਲੜੀ ਵਿੱਚ ਪਰੋਵਾਂਗੇ ਜੀ। ਸੋ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ, 9781913113 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।